morning, students. So, today we are going to see our next lesson of C language. So, we are having our computer faculty Gladwin Das and Bindu who will guide you in your next session. And we are having the topics constant, variables, and data types. Students, ਅਸੀਂ ਚੈਪਟਰ 2 11th ਕਲਾਸ ਦਾ ਪਿਛਲੇ ਸੈਸ਼ਨ ਦਾ ਦੇਖਿਆ ਸੀ ਸੀ ਲੈਂਗੁਏਜ ਦਾ। ਮੇਰੀ ਉਮੀਦ ਹੈ ਕਿ ਤੁਹਾਨੂੰ ਲੈਸਨ ਸਮਝ 'ਚ ਆ ਗਿਆ ਹੋਵੇਗਾ। ਸੋ ਆਓ ਅਸੀਂ ਆਪਣੇ ਨੈਕਸਟ ਸੈਸ਼ਨ ਦੇ ਅੰਦਰ ਚੱਲਦੇ ਹਾਂ ਤਾਂ ਜਾਣੀਏ ਸੀ ਬਾਰੇ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਸੀ ਟੋਕਨਸ ਦੇ ਬਾਰੇ। ਲੈਂਗੁਏਜ ਨੂੰ ਬਣਾਉਣ ਲਈ ਜਾਂ ਯੂਜ਼ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਉਸਦੇ ਬਿਲਡਿੰਗ ਬਲਾਕਸ ਬਾਰੇ ਪਤਾ ਹੋਣਾ ਚਾਹੀਦਾ ਹੈ। ਬਿਲਡਿੰਗ ਬਲਾਕਸ ਤੁਸੀਂ ਲੈ ਸਕਦੇ ਹੋ ਕਿ ਜਿਵੇਂ ਅਸੀਂ ਜਦੋਂ ਘਰ ਬਣਾਉਂਦੇ ਹਾਂ ਤਾਂ ਘਰ ਕਿਸ ਤਰ੍ਹਾਂ ਬਣਦਾ ਹੈ, ਇੱਟਾਂ ਨਾਲ। ਅਤੇ ਇੱਕ ਇੱਟ ਨੂੰ ਜੋੜ ਕੇ ਆਪਾਂ ਘਰ ਨੂੰ ਬਣਾਉਂਦੇ ਹਾਂ। ਅਲੱਗ-ਅਲੱਗ ਚੀਜ਼ਾਂ ਉਸ ਦੇ ਅੰਦਰ ਵਰਤੀ ਜਾਂਦੀਆਂ ਹਨ। ਇਸੇ ਤਰੀਕੇ ਨਾਲ ਇੱਕ ਪ੍ਰੋਗਰਾਮਿੰਗ ਲੈਂਗੁਏਜ ਨੂੰ ਵਰਤਣ ਲਈ ਉਸ ਦੇ ਅੰਦਰ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਪਿਛਲੇ ਸੈਸ਼ਨ ਦੇ ਅੰਦਰ ਕਰੈਕਟਰ ਸੈਟਸ ਨੂੰ। ਉਸ ਤੋਂ ਬਾਅਦ ਸਾਡੇ ਕੋਲ ਆਉਣਗੇ ਵੇਰੀਏਬਲਸ ਐਂਡ ਕੌਂਸਟੈਂਟਸ, ਫਿਰ ਆਇਡੈਂਟੀਫਾਇਰਸ ਹਨ, ਫਿਰ ਡਿਲਿਮਿਟਰਸ ਅਤੇ ਸਪੈਸ਼ਲ ਸਿੰਬਲ ਹਨ, ਫਿਰ ਕੀਵਰਡਸ, ਡੇਟਾ ਟਾਈਪ ਅਤੇ ਆਪਰੇਟਰਸ। ਆਓ ਇਹਨਾਂ ਨੂੰ ਇੱਕ ਇੱਕ ਕਰਕੇ ਅਸੀਂ ਜਾਣੀਏ ਕਿ ਇਹ ਸਭ ਕੀ ਹਨ ਜੋ ਇੱਕ ਪ੍ਰੋਗਰਾਮਿੰਗ ਲੈਂਗੁਏਜ ਨੂੰ ਸੀ ਭਾਸ਼ਾ ਨੂੰ ਬਣਾਉਣਗੇ। ਅਸੀਂ ਆਪਣੇ ਸੀ ਦੇ ਪਿਛਲੇ ਸੈਸ਼ਨ ਅੰਦਰ ਦੇਖਿਆ ਸੀ ਕਰੈਕਟਰ ਸੈਟਸ ਬਾਰੇ। ਕਰੈਕਟਰ ਸੈਟਸ ਇੱਕ ਭਾਸ਼ਾ ਦੇ ਅੰਦਰ ਕੀ ਚੀਜ਼ਾਂ ਤੁਸੀਂ ਵਰਤ ਸਕਦੇ ਹੋ, ਜਿਵੇਂ ਕਿ ਅਲਫਾਬੈਟਸ, ਨੂਮੈਰਿਕ ਕਰੈਕਟਰਸ ਜਾਂ ਸਪੈਸ਼ਲ ਸਿੰਬਲਸ। ਇਹ ਸਭ ਚੀਜ਼ਾਂ ਨੂੰ ਅਸੀਂ ਪਿਛਲੇ ਪਾਰਟ ਦੇ ਅੰਦਰ ਕਰ ਚੁੱਕੇ ਹਾਂ। ਅਗਰ ਤੁਸੀਂ ਇਹਦੇ ਅੰਦਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਪਿਛਲੀ ਵੀਡੀਓ ਨੂੰ ਦੇਖ ਸਕਦੇ ਹੋ ਜਿਸ ਦੇ ਅੰਦਰ ਕਰੈਕਟਰ ਸੈਟਸ ਨੂੰ ਐਕਸਪਲੇਨ ਕੀਤਾ ਗਿਆ ਸੀ। ਆਓ ਅਸੀਂ ਜਾਣੀਏ ਵੇਰੀਏਬਲ ਅਤੇ ਕੌਂਸਟੈਂਟਸ ਬਾਰੇ। ਵੇਰੀਏਬਲਸ ਐਂਡ ਕੌਂਸਟੈਂਟਸ। ਵੇਰੀਏਬਲ ਅਤੇ ਕੌਂਸਟੈਂਟ ਜਿਵੇਂ ਕਿ ਨਾਮ ਹੀ ਦੱਸ ਰਹੇ ਹਨ। ਆਓ ਇਹਨਾਂ ਨੂੰ ਇੱਕ ਉਦਾਹਰਨ ਰਾਹੀਂ ਅਸੀਂ ਸਮਝੀਏ। ਮੰਨ ਲਓ ਤੁਹਾਡੇ ਕੋਲ ਇੱਕ ਗਿਲਾਸ ਪਾਣੀ ਹੈ। ਅਗਰ ਤੁਸੀਂ ਉਸ ਗਿਲਾਸ ਪਾਣੀ ਨੂੰ ਫਰਿੱਜ ਦੇ ਅੰਦਰ ਬਿਨਾਂ ਕਿਸੇ ਸਹਾਇਤਾ ਦੇ ਰੱਖ ਦਿੰਦੇ ਹੋ, ਮਤਲਬ ਉਹਨੂੰ ਉੰਡੇਲ ਦਿੰਦੇ ਹੋ ਫਰਿੱਜ 'ਚ, ਕੀ ਤੁਸੀਂ ਉਸ ਪਾਣੀ ਨੂੰ ਦੁਬਾਰਾ ਵਰਤ ਸਕਦੇ ਹੋ? ਤੁਸੀਂ ਕਹੋਗੇ ਨਹੀਂ। ਅਗਰ ਅਸੀਂ ਚਾਹੁੰਦੇ ਹਾਂ ਕਿ ਉਸ ਪਾਣੀ ਨੂੰ ਅਸੀਂ ਦੁਬਾਰਾ ਵਰਤ ਸਕੀਏ, ਪੀ ਸਕੀਏ, ਤਾਂ ਅਸੀਂ ਉਸ ਪਾਣੀ ਨੂੰ ਕੀ ਕਰਾਂਗੇ, ਕਿਸੇ ਬੋਟਲ ਦੇ ਅੰਦਰ ਜਾਂ ਕਿਸੇ ਕੰਟੇਨਰ ਦੇ ਅੰਦਰ ਰੱਖਾਂਗੇ। ਤਾਂ ਬੱਚੋ ਉਹ ਪਾਣੀ ਜੋ ਹੈ ਉਹ ਕੌਂਸਟੈਂਟ ਹੈ। ਕੌਂਸਟੈਂਟ ਕਦੇ ਬਦਲਦਾ ਨਹੀਂ। ਪਰ ਵੇਰੀਏਬਲ ਹਰੇਕ ਵੈਲਿਊ ਨੂੰ ਇੱਕ ਨਾਮ ਦੇ ਦਿੱਤਾ ਜਾਂਦਾ ਹੈ, ਕੋਈ ਆਇਡੈਂਟੀ ਦੇ ਦਿੱਤੀ ਜਾਂਦੀ ਹੈ ਜਿਸ ਨੂੰ ਵਰਤ ਕੇ ਅਸੀਂ ਉਸ ਵੈਲਿਊ ਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ। ਜਿਹੜਾ ਕੰਟੇਨਰ ਹੈ ਉਸ ਦੀ ਵੈਲਿਊ ਤੁਸੀਂ ਬਦਲ ਸਕਦੇ ਹੋ, ਚੇਂਜ ਕਰ ਸਕਦੇ ਹੋ ਆਪਣੇ ਪ੍ਰੋਗਰਾਮ ਦੇ ਦੌਰਾਨ। ਜਿਵੇਂ ਕਿ ਅਸੀਂ ਇੱਥੇ ਉਦਾਹਰਨ ਲਿੱਤਾ ਹੈ ਇੱਕ ਗਿਲਾਸ ਪਾਣੀ ਦਾ, ਤਾਂ ਪਾਣੀ ਜੋ ਹੈ ਉਹ ਕੌਂਸਟੈਂਟ ਹੈ, ਜਦੋਂ ਕਿ ਗਿਲਾਸ ਜੋ ਹੈ ਉਹ ਇੱਕ ਵੇਰੀਏਬਲ ਹੈ ਜਿਸ ਦੇ ਅੰਦਰ ਤੁਸੀਂ ਪਾਣੀ ਨੂੰ ਸਟੋਰ ਕਰੋਗੇ। ਹੁਣ ਅੱਗੇ ਇੱਕ ਹੋਰ ਚੀਜ਼ ਅਸੀਂ ਦੇਖਾਂਗੇ ਕਿ ਮੰਨ ਲਓ ਅਸੀਂ ਗਿਲਾਸ ਪਾਣੀ ਦਾ ਲਿੱਤਾ। ਹੁਣ ਇਹ ਗਿਲਾਸ ਪਾਣੀ ਦਾ ਜੋ ਹੈ ਜਦੋਂ ਤੁਸੀਂ ਕਿਸੇ ਟੇਬਲ ਉੱਪਰ ਰੱਖਦੇ ਹੋ ਤਾਂ ਉਹ ਇੱਕ ਜਗ੍ਹਾ ਘੇਰੇਗਾ, ਇੱਕ ਸਪੇਸ ਆਕੂਪਾਈ ਕਰੇਗਾ ਟੇਬਲ ਦੇ ਉੱਪਰ। ਤੁਹਾਨੂੰ ਉਹਨੂੰ ਇੱਕ ਸਟੋਰੇਜ ਦੇਣੀ ਪਏਗੀ। ਦੂਸਰੀ ਚੀਜ਼, ਇਸ ਗਿਲਾਸ ਦੀ ਇੱਕ ਲਿਮਿਟੇਸ਼ਨ ਹੈ ਕਿ ਇਸ ਦੇ ਅੰਦਰ ਕਿੰਨਾ ਪਾਣੀ ਤੁਸੀਂ ਡਾਲ ਸਕਦੇ ਹੋ। ਇਸ ਦਾ ਮਤਲਬ ਕਿੰਨੀ ਵੈਲਿਊ ਉਸ ਗਿਲਾਸ ਦੇ ਅੰਦਰ ਸਟੋਰ ਕਰ ਸਕਦੀ ਹੈ, ਹੋ ਸਕਦੀ ਹੈ, ਉਸ ਦੀ ਇੱਕ ਲਿਮਿਟੇਸ਼ਨ ਹੈ। ਤੀਸਰੀ ਚੀਜ਼, ਕਿਸ ਟਾਈਪ ਦੀ ਵੈਲਿਊ ਜਾਂ ਕਿਸ ਟਾਈਪ ਦੀ ਚੀਜ਼ ਉਸ ਗਿਲਾਸ ਦੇ ਅੰਦਰ ਸਟੋਰ ਕੀਤੀ ਜਾ ਸਕਦੀ ਹੈ। ਇਹ ਤਿੰਨ ਚੀਜ਼ਾਂ ਜੁੜ ਜਾਂਦੀਆਂ ਹੈ ਇਸ ਗਿਲਾਸ ਦੇ ਨਾਲ। ਇਹ ਤਿੰਨੋਂ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਨ ਲਈ ਅਸੀਂ ਯੂਜ਼ ਕਰਦੇ ਹਾਂ ਡਾਟਾ ਟਾਈਪਸ ਨੂੰ। ਡਾਟਾ ਟਾਈਪਸ ਬੱਚੋ ਸਾਨੂੰ ਦੱਸਣਗੇ ਕਿ ਇੱਕ ਵੈਲਿਊ ਜਿਹੜੀ ਤੁਹਾਡੇ ਕੋਲ ਸਪੇਸ ਕਿੰਨੀ ਆਕੂਪਾਈ ਕਰੇਗੀ ਮੈਮਰੀ ਦੇ ਅੰਦਰ, ਕਿਸ ਟਾਈਪ ਦੀ ਵੈਲਿਊ ਉਸ ਦੇ ਅੰਦਰ ਸਟੋਰ ਹੋ ਸਕਦੀ ਹੈ, ਤੇ ਕਿੰਨਾ ਡਾਟਾ ਜਾਂ ਕਿੰਨੀ ਵੈਲਿਊ ਨੂੰ ਤੁਸੀਂ ਉਸ ਵੇਰੀਏਬਲ ਦੇ ਅੰਦਰ ਸਟੋਰ ਕਰ ਸਕਦੇ ਹੋ। ਇਹ ਸਭ ਚੀਜ਼ਾਂ ਤੁਹਾਨੂੰ ਪਤਾ ਚੱਲਣਗੀਆਂ ਡਾਟਾ ਟਾਈਪਸ ਦੇ ਨਾਲ।
ਇੱਕ ਉਦਾਹਰਨ ਅਸੀਂ ਲਿੱਤਾ ਹੈ y = 3.6 × x + 8.3। ਇੱਥੇ 3.6 ਅਤੇ 8.3 ਜੋ ਹੈ ਉਹ ਬਦਲ ਨਹੀਂ ਸਕਦਾ, ਇਸ ਨੂੰ ਅਸੀਂ ਕਨਸਟੈਂਟ ਕਹਿੰਦੇ ਹਾਂ, ਜਦਕਿ ਜੋ x ਦੀ ਵੈਲਿਊ ਹੈ ਜਾਂ y ਦੀ ਵੈਲਿਊ ਹੈ ਉਹ ਵੇਰੀ ਕਰ ਸਕਦੀ ਹੈ, ਚੇਂਜ ਹੋ ਸਕਦੀ ਹੈ ਪ੍ਰੋਗਰਾਮ ਦੇ ਦੌਰਾਨ, ਇਸ ਨੂੰ ਅਸੀਂ ਵੇਰੀਏਬਲ ਆਖਾਂਗੇ। C ਵਿੱਚ ਅਸੀਂ ਕਨਸਟੈਂਟਸ ਨੂੰ ਅਲੱਗ-ਅਲੱਗ ਸ਼੍ਰੇਣੀਆਂ ਦੇ ਅੰਦਰ ਵੰਡਿਆ ਹੋਇਆ ਹੈ, ਜਿਵੇਂ ਕਿ C ਕਨਸਟੈਂਟਸ ਨੂੰ ਮੁੱਖ ਰੂਪ 'ਚ ਦੋ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ, ਨੂਮੈਰਿਕ ਕਨਸਟੈਂਟਸ ਅਤੇ ਕਰੈਕਟਰ ਕਨਸਟੈਂਟਸ। ਉਸ ਤੋਂ ਬਾਅਦ ਨੂਮੈਰਿਕ ਕਨਸਟੈਂਟਸ ਫਿਰ ਅੱਗੇ ਦੋ ਸ਼੍ਰੇਣੀਆਂ ਦੇ ਵੰਡੇ ਜਾਂਦੇ ਹਨ, ਇੰਟੀਜਰ ਕਨਸਟੈਂਟਸ ਜੋ ਕਿ ਹੋਲ ਨੰਬਰ ਹੁੰਦੇ ਹਨ ਅਤੇ ਰੀਅਲ ਜਾਂ ਫਲੋਟਿੰਗ ਪੁਆਇੰਟ ਕਨਸਟੈਂਟਸ ਜੋ ਕਿ ਪੁਆਇੰਟਾਂ ਅੰਦਰ ਗਿਣਤੀ ਨੂੰ ਸਟੋਰ ਕਰਦੇ ਹਨ। ਉਸ ਤੋਂ ਬਾਅਦ ਕਰੈਕਟਰ ਕਨਸਟੈਂਟਸ ਨੂੰ ਫਿਰ ਅਸੀਂ ਦੋ ਭਾਗਾਂ 'ਚ ਵੰਡਿਆ ਹੈ, ਇੱਕ ਹੁੰਦਾ ਸਟ੍ਰਿੰਗ ਕਨਸਟੈਂਟ, ਇੱਕ ਹੁੰਦਾ ਸਿੰਗਲ ਕਰੈਕਟਰ ਕਨਸਟੈਂਟ। ਸਿੰਗਲ ਕਰੈਕਟਰ ਕਨਸਟੈਂਟ ਦੱਸਦਾ ਹੈ ਇੱਕ ਕਰੈਕਟਰ ਨੂੰ ਸਟੋਰ ਕਰਨ ਲਈ, ਜਿਵੇਂ ਕਿ ਸਿੰਗਲ ਕੋਟਸ ਦੇ ਅੰਦਰ ਅਸੀਂ A, X, T ਕੁਝ ਵੀ ਸਟੋਰ ਕਰਤਾ। ਪਰ ਜਦੋਂ ਅਸੀਂ ਨਾਮ ਸਟੋਰ ਕਰਨਾ ਹੈ ਜਾਂ ਕੁਝ ਇੱਕ ਤੋਂ ਜ਼ਿਆਦਾ ਕਰੈਕਟਰਸ ਨੂੰ ਸਟੋਰ ਕਰਨਾ ਹੈ, ਉਹਨੂੰ ਅਸੀਂ ਡਬਲ ਕੋਟਸ 'ਚ ਸਟੋਰ ਕਰਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਸਟ੍ਰਿੰਗ ਕਨਸਟੈਂਟ। ਆਈਡੈਂਟੀਫਾਇਰਸ ਚੀਜ਼ ਨੂੰ ਜੋ ਪਹਿਚਾਨਿਆ ਜਾਂਦਾ ਹੈ, ਅਸੀਂ ਉਸ ਦੇ ਨਾਮ ਨਾਲ ਉਸ ਨੂੰ ਪਹਿਚਾਨਦੇ ਹਾਂ, ਇਸ ਨੂੰ ਆਇਡੈਂਟੀਫਾਈ ਕਰਨਾ ਕਿਹਾ ਜਾਂਦਾ ਹੈ। ਤਾਂ ਜਿਸ ਚੀਜ਼ ਨਾਲ ਪਹਿਚਾਨਿਆ ਜਾਂਦਾ ਹੈ, ਮੰਨ ਲਓ ਨਾਮ ਨਾਲ, ਉਸ ਨੂੰ ਕਿਹਾ ਜਾਂਦਾ ਹੈ ਆਇਡੈਂਟੀਫਾਇਰ। C ਭਾਸ਼ਾ ਵਿੱਚ ਵੀ ਅਸੀਂ ਵੇਰੀਏਬਲਸ ਨੂੰ, ਕਨਸਟੈਂਟਸ ਨੂੰ ਜਾਂ ਫੰਕਸ਼ਨਸ ਨੂੰ ਇੱਕ ਨਾਮ ਦਿੰਦੇ ਹਾਂ ਜੋ ਕਿ ਅਲਫਾਬੈਟਸ ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਡਿਜਿਟਸ ਦੀ ਵਰਤੋਂ ਕਰ ਸਕਦੇ ਹੋ, ਉਸ ਨੂੰ ਅਸੀਂ ਆਇਡੈਂਟੀਫਾਇਰ ਆਖਦੇ ਹਾਂ। ਆਇਡੈਂਟੀਫਾਇਰ ਦੇਣ ਲਈ ਅਸੀਂ ਕੁਝ ਰੂਲਸ ਨੂੰ ਵਰਤਦੇ ਹਾਂ ਜੋ ਇਸ ਤਰ੍ਹਾਂ ਹਨ। ਪਹਿਲਾ ਚਿੰਨ੍ਹ ਜੋ ਹੈ ਉਹ ਕਰੈਕਟਰ ਹੋਣਾ ਚਾਹੀਦਾ ਹੈ, ਅਲਫਾਬੈਟ ਹੋਣਾ ਚਾਹੀਦਾ ਹੈ। ਅਗਲੇ ਸਾਰੇ ਸਕਸੀਡਿੰਗ ਚਿੰਨ੍ਹ ਜੋ ਹੈ ਉਹ ਕਰੈਕਟਰ ਹੋ ਸਕਦੇ ਹਨ, ਲੈਟਰਸ ਹੋ ਸਕਦੇ ਹਨ ਜਾਂ ਡਿਜਿਟਸ ਹੋ ਸਕਦੇ ਹਨ। C ਵਿੱਚ ਅਪਰ ਕੇਸ ਅਤੇ ਲੋਅਰ ਕੇਸ ਨੂੰ ਅਲੱਗ-ਅਲੱਗ ਮੰਨਿਆ ਜਾਂਦਾ ਹੈ, ਇਸ ਲਈ ਧਿਆਨ ਰੱਖਣਾ ਹੈ ਕਿ ਤੁਸੀਂ ਜੋ ਨਾਮ ਦੇ ਰਹੇ ਹੋ ਉਹ ਹਰ ਤਰ੍ਹਾਂ ਜਗ੍ਹਾ 'ਤੇ ਇੱਕੋ ਜਿਹਾ ਹੀ ਵਰਤਿਆ ਜਾਵੇ। ਅਗਰ ਤੁਸੀਂ ਨਾਮ ਅਪਰ ਕੇਸ 'ਚ ਵਰਤਿਆ ਹੈ ਤਾਂ ਜਿੱਥੇ ਵੀ ਉਸ ਨਾਮ ਨੂੰ ਵਰਤੋਗੇ, ਵੇਰੀਏਬਲ ਨੂੰ ਵਰਤੋਗੇ, ਉਹ ਤੁਸੀਂ ਫਿਰ ਅਪਰ ਕੇਸ 'ਚ ਹੀ ਉਸ ਨਾਮ ਨੂੰ ਯੂਜ਼ ਕਰੋਗੇ। ਅਗਲੀ ਚੀਜ਼, ਅੰਡਰਸਕੋਰ ਤੋਂ ਇਲਾਵਾ ਵਿਰਾਮ ਚਿੰਨ੍ਹ ਜਾਂ ਕੋਈ ਵਿਸ਼ੇਸ਼ ਚਿੰਨ੍ਹ ਨਹੀਂ ਹੋਣਾ ਚਾਹੀਦਾ। ਦੋ ਅੰਡਰਸਕੋਰ ਚਿੰਨ੍ਹ ਇਸਤੇਮਾਲ ਨਹੀਂ ਕੀਤੇ ਜਾ ਸਕਦੇ। ਕੀਵਰਡ ਆਇਡੈਂਟੀਫਾਇਰਸ ਦੀ ਤਰ੍ਹਾਂ ਇਸਤੇਮਾਲ ਨਹੀਂ ਹੋ ਸਕਦੇ। ਇਹ ਕੁਝ ਰੂਲ ਹਨ ਜੋ ਅਸੀਂ ਫੰਕਸ਼ਨਸ ਨੂੰ, ਵੇਰੀਏਬਲਸ ਨੂੰ, ਕਨਸਟੈਂਟਸ ਨੂੰ ਨਾਮ ਦੇਣ ਲਈ ਵਰਤਦੇ ਹਾਂ। ਡੀਲਿਮਿਟਰਸ ਚਿੰਨ੍ਹ ਹੁੰਦੇ ਹਨ ਜੋ ਕਿ ਪ੍ਰੋਗਰਾਮ ਦੇ ਬੁਨਿਆਦੀ ਐਲੀਮੈਂਟਸ ਦੀ ਸੀਮਾ ਨੂੰ ਨਿਰਧਾਰਿਤ ਕਰਦੇ ਹਨ। ਡੀਲਿਮਿਟਰਸ ਜੋ ਹਨ ਉਹ ਸੈਮੀਕੋਲਨ, ਕੋਮਾ, ਕਰਲੀ ਬ੍ਰੈਕਟ, ਸਕੁਏਅਰ ਬ੍ਰੈਕਟ, ਰਾਊਂਡ ਬ੍ਰੈਕਟ, ਕੋਲਨ ਆਦਿ ਹੋ ਸਕਦੇ ਹਨ। ਇਹਨਾਂ ਦਾ ਕੰਮ ਹੈ ਇੱਕ ਸੈਂਟੈਂਸ ਨੂੰ ਦੂਸਰੇ ਸਟੇਟਮੈਂਟ ਤੋਂ ਅਲੱਗ ਕਰਨਾ, ਇੱਕ ਲੇਬਲ, ਐਰੇ ਜਾਂ ਕਿਸੇ ਵੇਰੀਏਬਲ ਨੂੰ ਇੱਕ ਦੂਸਰੇ ਤੋਂ ਅਲੱਗ ਕਰਨਾ ਅਤੇ ਉਹਨਾਂ ਦੀ ਸੀਮਾ ਨੂੰ ਨਿਰਧਾਰਿਤ ਕਰਨਾ। ਅਗਰ ਇੱਕ ਬਲਾਕ ਆਫ ਸਟੇਟਮੈਂਟ ਆਪਾਂ ਲਿਖਿਆ ਹੋਇਆ ਹੈ, ਉਸ ਨੂੰ ਸ਼ੁਰੂ ਅਤੇ ਅੰਤ ਕਰਨ ਲਈ ਕਰਲੀ ਬ੍ਰੈਕਟਸ ਦਾ ਉਪਯੋਗ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਐਰੇ ਦੀ ਵਰਤੋਂ ਕਰ ਰਹੇ ਹੋ, ਉਹਦੇ ਐਲੀਮੈਂਟਸ ਨੂੰ ਡਿਫਾਈਨ ਕਰਨ ਲਈ ਅਸੀਂ ਸਕੁਏਅਰ ਬ੍ਰੈਕਟ ਦੀ ਵਰਤੋਂ ਕਰਦੇ ਹਾਂ। ਸਟੇਟਮੈਂਟ ਨੂੰ ਬੰਦ ਕਰਨ ਲਈ C ਭਾਸ਼ਾ ਦੇ ਅੰਦਰ ਸੈਮੀਕੋਲਨ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਐਲੀਮੈਂਟਸ ਨੂੰ, ਵੇਰੀਏਬਲਸ ਨੂੰ ਅਲੱਗ-ਅਲੱਗ ਕਰਨ ਲਈ ਕੋਮਾ ਵਰਤ ਸਕਦੇ ਹਾਂ। ਕੀਵਰਡਸ ਲੈਂਗੁਏਜ ਦੇ ਅੰਦਰ ਕੁਝ ਖਾਸ ਵਰਡਸ ਹੁੰਦੇ ਹਨ ਜਿਨ੍ਹਾਂ ਦਾ ਇੱਕ ਨਿਸ਼ਚਿਤ ਅਰਥ ਹੁੰਦਾ ਹੈ। ਅਸੀਂ ਇਸ ਅਰਥ ਨੂੰ ਕਿਸੇ ਵੀ ਹਾਲਤ ਵਿੱਚ ਬਦਲ ਨਹੀਂ ਸਕਦੇ। ਇਹ ਸ਼ਬਦ ਜੋ ਹਨ ਕੁਝ ਖਾਸ ਕੰਮ ਲਈ ਹੀ ਵਰਤੇ ਜਾ ਸਕਦੇ ਹਨ, ਜਿਵੇਂ ਇਫ, ਫॉर, ਇੰਟ, ਲੌਂਗ, ਵਾਈਲ, ਡੂ। ਇਹ ਕੁਝ ਸ਼ਬਦ ਹਨ। ਇਸੇ ਤਰੀਕੇ ਨਾਲ C ਭਾਸ਼ਾ ਦੇ ਅੰਦਰ ਬਹੁਤ ਸਾਰੇ ਕੀਵਰਡਸ ਜੋ ਹਨ ਪਹਿਲਾਂ ਤੋਂ ਹੀ ਨਿਰਧਾਰਿਤ ਕੀਤੇ ਗਏ ਹਨ। ਡੇਟਾ ਟਾਈਪਸ
डेटा टाइप्स डिफाइन करते हैं कि किस तरीके का डेटा एंटर कर रहे हो तो कितनी मेमोरी स्पेस मोस्टली एलोकेट की जाएगी, जिसे देख चुके हैं। सनू डेटा टाइप किस तरीके का चुनाव करना है ये डिपेंड करता है किस टाइप की वैल्यू एंटर करवाना चाहते हैं। मान लो ਅਸੀਂ रोल नंबर एंटर करना है, उसकी वेरिएबल का नाम ਅਸੀਂ चुनते हैं रोल नंबर। वैल्यू जो एंटर कराने हैं वो है नुमेरिक टाइप, जिमें कि 1 2 3 21 कुछ भी हो सकती है। इसी का नाम अगर बच्चे लेना हो तो ਅਸੀਂ नेम वेरिएबल का नाम चुनते हैं। वैल्यू जो एंटर कराने हो अल्फाबेटिकली होंगी है, जिमें कि राजीव, अशोक, कोई भी वैल्यू से एंटर कर सकते हो। इस तरह फीस मोस्टली अपने को जो लिती जाती है वो नुमेरिक वैल्यू होंगी है। कई बार सानू पॉइंटा की वैल्यू भी लैनी पै सकती है, तो इसलिए असीं पॉइंटा वैल्यू डाटा टाइप में यूज़ करांगे। बच्चों साडे कोल इत्थे कुछ डाटा टाइप्स हैं जो असीं सी के अंदर वरतों करते हैं। इस तो असीं इत्थे टैबलर फॉर्मेट अंदर डिफाइन किया है। पहला कॉलम जो है वो साडे कोल एक कीवर्ड का है। कीवर्ड दसदा है कि तुसीं सी भाषा अंदर किसी भी डाटा टाइप को किस तरीके नाल वरतों करोगे। सैकेंड कॉलम है फॉर्मेट स्पेसीफायर, जो दसेगा कि साडे कोले किस टाइप का डाटा टाइप वरतों हो रही है। ये बेसिकली यूज़ किया जाता है तुहाडे कोले इनपुट का आउटपुट फंक्शन के अंदर, जो दसदा है इनपुट आउटपुट फंक्शन नूं कि किस तरीके की वैल्यू इनपुट या आउटपुट के अंदर डिस्प्ले होएगी। साइज़ दसदा है कि साडे कोले मैमरी एलोकेशन कितनी है उसकी। उस तो बाद है डाटा रेंज कि कितनी वैल्यू असीं एंटर कर सकते हैं। आओ पहला डाटा टाइप देखिए। साडे कोले पहला डाटा टाइप जो है वो है करैक्टर डाटा टाइप। करैक्टर डाटा टाइप वास्ते सानू जो वरतना पैंदा है कीवर्ड वो है कैर, CHAR स्मॉल लैटर्स के अंदर। फॉर्मेट स्पेसीफायर जो है वो है %C। मैमरी एलोकेट जो की जाती है वो 1 बाइट है। डेटा रेंज जो एंटर कर सकते हो है -128 तो लैके 127 तक। अगला डाटा टाइप है अनसाइन कैरेक्टर, 8 बाइट्स लेंदा है, 0 तो लैके 255 तक तुसीं एंटर कर सकते हो डेटा रेंज। उस तो बाद है इंटीजर। फॉर्मेट स्पेसीफायर जो करना पैंदा है तो वो है %D, 2 बाइट मैमरी एलोकेशन होंदी है। -3268 तो लैके +32767 तक इसकी डेटा रेंज है। अगर इस तो वड्डी वैल्यू स्टोर करनी होए सानू इत्थे लेना पैंदा है लॉन्ग इंटीजर। फॉर्मेट स्पेसीफायर जो असीं लॉन्ग इंटीजरली वरतांगे वो है %LD, 4 बाइट्स। रेंज जो इसकी है वो है -2⁻31 तो लैके +231 तक। अनसाइन इंटीजर पॉजिटिव वैल्यूज की यूज़ किया जाता है। %U, 2 बाइट मेमोरी एलोकेशन है, 0 तो लैके 65,535 इसकी डेटा रेंज है। उस बाद अगर पॉइंटा अंदर वैल्यू में स्टोर करना है तो साडे कोल डाटा टाइप्स है फ्लोट, %F 4 बाइट, -3.4 E रेज़ टू पावर 38 तो लैके +3.4 E रेज़ टू पावर 38 तक। अगर इस तो वड्डा डाटा स्टोर करना है तो यूज़ करोगे इसी डबल नू। फॉर्मेट स्पेसीफायर है %LF स्मॉल के अंदर 8 बाइट्स। रेंज जो है वो है -1.7 E 308 तो लैके +1.7 E 308 तक। अगर इसको वड्डा वैल्यू स्टोर करनी है, वड्डी वैल्यू स्टोर करने से यूज़ करेंगे लॉन्ग डबल। %LF ये 12 बाइट तो लैके 16 बाइट तक इसकी मेमोरी एलोकेशन होती है। डेटा रेंज जो है -1.7 E 308 तो लैके +1.7 E 308 तक है। बच्चों साढ़े को एक्सटेंडेड डाटा टाइप्स होंगे हैं। एक्सटेंडेड डाटा टाइप्स असीं यूज़ करते हैं जो असीं कोई वैल्यू वड्डी यूज़ करनी होए जो असीं ऑलरेडी स्पेसीफाई की हुई है। मान लो असीं लिखा है इंटीजर डाटा टाइप, पर उस तो उच्ची रेंज में एंटर करने लई सानू इंटीजर वैल्यू तो वड्डी रेंज लैनी पेगी जो साडे कोले है लॉन्ग इंट दे अंदर असीं एंटर कर सकते हैं। इस तरीके नाल फ्लोट है, फ्लोट के अंदर असीं पॉइंटां दी वैल्यू एंटर कर सकते हैं। पर अगर असीं एक वड्डी रेंज में एंटर करना है तो असीं डबल यूज़ करांगे। डबल तो वड्डी रेंज में एंटर करना है तो असीं लॉन्ग डबल नूं वरतों करोगे। साडे कोल इत्थे दो चीज़ां असीं देखियां पिछे, एक साइज क्वालीफायर, एक साइन क्वालीफायर। साइन क्वालीफायर तो साइज क्वालीफायर की है। साइज क्वालीफायर दसदा है कि तुहाडे कोल रेंज जो है वो एक स्पेसिफिक डाटा टाइप तो वड्डी लोगे या छोटी। अगर इंटीजर तो छोटी लेनी है तो छोटी वैल्यू एंटर होएगी शॉर्ट इंट के अंदर।
अगर वड्डी वैल्यू एंटर करनी है तो तुम यूज़ करोगे लॉन्ग इंट। इस तरीके नाल साइन क्वालीफायर है। साइन क्वालीफायर दसते हैं कि तुसी वैल्यू जो है पॉजिटिव वैल्यू एंटर करनी है या नैगेटिव तो लैके पॉजिटिव तक वैल्यू एंटर करवानी है। अगली चीज़ साढ़े को आती है इंटीरियर डाटा टाइप। इंटीरियर डाटा टाइप के अंदर वैल्यू अभी होल नंबर एंटर करते हैं। इस अंदर कोई पॉइंट के अंदर वैल्यू या डेसिमल पॉइंट के अंदर वैल्यू नहीं हो सकती। इंटीरियर डाटा टाइप जो है साढ़े को शॉर्ट इंट है, लॉन्ग इंट है, लॉन्ग है। बट एक चीज़ ध्यान रखनी है कि ਅਸੀਂ जो वेरिएबल्स ਨੂੰ डिफाइन करना है तो उसलिए एक सिंटैक्स दिता गया है। डाटा टाइप वेरिएबल का नाम, वेरिएबल का नाम देने लिए साढ़े को कुछ रूल्स सीगे जो ਅਸੀਂ पिछे देखे सी, तुसीं उन्हां नूं देख सकते हो। अगर एक तो ज़्यादा वेरिएबल्स डिफाइन करने हैं तो तुसीं कॉमे की वरतों कर सकते हो। उदाहरण लिए डाटा टाइप वेरिएबल 1 कॉमा वेरिएबल 2 कॉमा वेरिएबल n तक कितनी वेरिएबल्स की एंटर कर सकते हैं। उदाहरण लिए इसे जो लिखता है इंटीरियर डाटा टाइप है। इंटीरियर डाटा टाइप के अंदर वेरिएबल का नाम लै रहे हो रोल नंबर कॉमा सीरियल नंबर। उस तो बाद लास्ट से तुहानूं सैमीकोलन वाले नूं बंद करना पड़ेगा। अगर तुसीं वैल्यू नूं असाइन करना है तो वैल्यू असाइन करने लिए वेरिएबल के अंदर तुसीं पहला वेरिएबल का नाम की वरतों करोगे, रोल नंबर जो भी तुसीं लिखता होया है वेरिएबल का नाम, उस तो बाद असाइनमेंट ऑपरेटर इक्वल टू द साइन, उस तो बाद वैल्यू मान लो इत्थे वैल्यू 5, उस तो बाद सैमीकोलन नाल उहनूं स्टेटमेंट को क्लोज करोगे। इसी तरीके नाल बच्चों तुसीं फ्लोटिंग पॉइंट वैल्यू ले सकते हो। फ्लोटिंग पॉइंट वैल्यू होंदी है कि पॉइंटां दे अंदर वैल्यू नूं स्टोर करवाना है। डाटा टाइप्स जो असीं वरतों करते हैं वो है फ्लोट तो डबल। सिंटैक्स बिल्कुल सेम है जिवें तुसीं इंटीजर दा सिंटैक्स वरत्या सी पिछे। इस जगह उत्ते असीं जो लै रहे हैं वो लै रहे हैं फ्लोट, वेरिएबल का नाम असीं लै लिया फीस, उस बाद सैमीकोलन नाल नूं क्लोज करांगे स्टेटमेंट नूं। जदों वैल्यू साइन करनी है तो तुसीं इत्थे पॉइंटर अंदर वैल्यू भी डाल सकते हो फ्लोट के अंदर, जिवें असीं इत्थे लिखता है फीस असाइन कीती उहनूं वैल्यू 120.50 सैमीकोलन। वॉइड डाटा टाइप, वॉइड का मतलब होता है नथिंग या खाली। बेसिकली ये कोई वैल्यू होल्ड करके नहीं रखता। इसनूं असीं रीयूज करते हैं फंक्शनस दे विच जो फंक्शनस कोई वैल्यू रिटर्न नहीं करते। असीं वो फंक्शनस के अंदर वॉइड डाटा टाइप नूं यूज कर सकते हैं। टाइप टैब बेसिकली यूज किया जाता है जो असीं नवा डाटा टाइप बनाना होए। कॉमनली ये यूज किया जाता है एक नवा नाम देने लिए डाटा टाइप नूं या कोई होर नाम देने लिए। टाइप टैब का सिंटैक्स है टाइप टैब प्रिमिटिव डाटा टाइप, उस तो बाद कोई नवा नाम। उदाहरण लिए टाइप टैब इंट जो कि प्रिमिटिव डाटा टाइप है, उसमें एक असीं नवा नाम दे दिता इंटीजर, उस तो बाद सैमीकोलन नाल नूं क्लोज करांगे स्टेटमेंट नूं। हुण जो तुसीं दी वरतों करनी है तो तुसीं इंट नहीं वरतोगे। हुण असीं यूज़ कर सकते हैं इंटीजर जिवें रोल नंबर सैमीकोलन। इत्थे जिहड़ा इंटीजर है वो सेम उवें ही काम करेगा जिवें तुहाडा इंट परमिटिव डाटा टाइप काम